लगातार सरकार ਇਹੋ ਜਿਹੇ ਕਾਲੇ ਕਾਨੂੰਨ ਲੈ ਕੇ ਆ ਰਹੀ। ਸਾਡੇ ਕੋਲ ਬੱਚਾ ਕੀ ਆ? ਸਾਡਾ ਪੂਰਾ ਦੇਸ਼ ਦੇ ਵਿੱਚ ਹੈਗਾ। ਸਾਡੇ ਪੈਟਰੋਲ ਪੰਪ, ਸਾਡੀ ਸੜਕਾਂ, ਸਾਡੀ ਯੂਨੀਵਰਸਿਟੀ, ਸਾਡੇ ਕਾਲਜ, ਸਾਡੇ ਹਸਪੀਟਲ, ਕੀ ਬੱਚਾ? ਸਾਡੇ ਕੋਲ ਕੁਝ ਵੀ ਨਹੀਂ ਬੱਚਾ ਹੈਗਾ। ਸਾਡਾ ਪੈਟਰੋਲ, ਸਾਡਾ ਡੀਜ਼ਲ, ਸਾਡੀ ਗੱਡੀ, ਫਿਰ ਵੀ ਸਾਨੂੰ ਟੋਲ ਪਲਾਜ਼ਾ ਦੇ ਪੈਸੇ ਕਿਉਂ ਦੇਣੇ ਪੈ ਰਹੇ ਆ? ਸਾਡਾ ਕਮਜ਼ੋਰ ਕੀ ਹੋ ਰਿਹਾ? ਅਸੀਂ ਲੋਕ ਕਮਜ਼ੋਰ ਹੋਏ। ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈਗਾ, ਕਿਉਂਕਿ ਸਾਡੇ ਕੋਲ ਕੁਝ ਨਹੀਂ ਬੱਚਾ ਹੈਗਾ। ਇਸ ਲਈ ਅਸੀਂ ਲਗਾਤਾਰ ਪ੍ਰੋਟੈਸਟ ਕਰ ਰਹੇ ਹਾਂ। ਕਿਸਾਨ ਜਿਹੜਾ ਜਨ ਅੰਦੋਲਨ ਬਣ ਰਿਹਾ ਹੈਗਾ, ਜਨ ਅੰਦੋਲਨ ਬਣ ਗਿਆ ਹੈਗਾ, ਜਿਹਦੇ ਵਿੱਚ ਸਿਰਫ ਕਿਸਾਨਾਂ ਦੀ ਲੜਾਈ ਨਹੀਂ ਹੈਗੀ, ਜਿਹਦੇ ਵਿੱਚ ਹਰ ਉਸ ਤਬਕੇ ਦੀ ਲੜਾਈ ਹੈਗੀ ਆ ਜਿਹੜਾ ਰੋਟੀ ਖਾਂਦਾ ਹੈ, ਜਿਹੜਾ ਜ਼ਮੀਨ ਦੇ ਨਾਲ ਜੁੜਿਆ ਹੋਇਆ ਹੈ। ਕਹਿ ਸਕਦੇ ਆ ਕਿ ਇੱਕ ਹਿਸਾਬ ਨਾਲ ਜਿਵੇਂ ਉਹਨਾਂ ਨੂੰ ਕਹਿ ਰਹੇ ਕਿ ਵੋਟਾਂ ਜਿਹੜੀਆਂ ਬੀਜੇਪੀ ਨੂੰ ਨਾ ਪਾਓ, ਤੁਸੀਂ ਹੋਰ ਕਿਤੇ ਪਾ ਲਓ, ਇਸ ਚੀਜ਼ ਦਾ ਫਾਇਦਾ ਹੋਊਗਾ? ਦੇਖੋ ਜੀ, ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ, 84 ਤਾਂ ਕਾਂਗਰਸ ਨੇ ਵੀ ਕਰਵਾਈ ਸੀ, ਐਨਆਰਸੀ ਤਾਂ ਕਾਂਗਰਸ ਨੇ ਵੀ ਪਾਸ ਕੀਤਾ ਸੀਗਾ। ਹੁਣ ਬੀਜੇਪੀ ਤਾਂ ਉਸ ਤੋਂ ਵੀ ਜ਼ਿਆਦਾ ਜਿਹੜਾ ਲੋਕਾਂ ਨੂੰ ਲੁੱਟਣ ਤੇ ਲੱਗੀ ਹੋਈ ਹੈ। ਉਹਨਾਂ ਨੇ ਛੱਡਿਆ ਕੀ ਹੈ? ਕੁਝ ਵੀ ਨਹੀਂ ਛੱਡਿਆ ਹੈਗਾ। ਉਹਨਾਂ ਨੇ ਜਦੋਂ ਤੋਂ ਆਏ ਆ, जनता मतलब हथ फैला के खड़ गई। लोगों को कुछ नहीं बचा। महिलाओं की कोई सुरक्षा नहीं, मुसलमानों की कोई सुरक्षा नहीं, सिखों की कोई सुरक्षा नहीं हैगी, दलित लोगों की कोई सुरक्षा नहीं हैगी। ਵੱਖੋ ਵੱਖਰੇ ਸਟੇਟਾਂ ਦੇ ਵਿੱਚ ਜਾ ਰਹੇ ਹੋ ਜਾਂ ਪੰਜਾਬ ਦੇ ਵਿੱਚ ਮਹਾ ਪੰਚਾਇਤਾਂ ਰਾਜਸਥਾਨ ਦੇ ਵਿੱਚ ਵੀ ਹੋ ਰਹੀਆਂ ਨੇ, ਉੱਧਰ ਵੀ ਹੋ ਰਹੀਆਂ ਨੇ, ਯੂਪੀ ਦੇ ਵਿੱਚ ਵੀ। ਇਹਦੇ ਨਾਲ ਦਿੱਲੀ ਵਾਲਾ ਅੰਦੋਲਨ ਤਾਂ ਨਹੀਂ ਕਮਜ਼ੋਰ ਹੋ ਜਾਊਗਾ? देखो जी, कमजोर नहीं होंदा। देखो जी, हजे भी साडे लोग चंगी तरह उत्थे नहीं पहुंचे हैगे, फिर भी उत्थे ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਆ। ਅੱਜ ਪੰਜਾਬ ਦੇ ਵਿੱਚ ਇੱਕ ਰੈਲੀ ਰੱਖੀ ਹੋਈ ਸੀ। ਤੁਸੀਂ ਇਹਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਜਨਤਾ ਠਾਠਾ ਮਾਰਦਾ ਇਕੱਠ ਹਜੇ ਵੀ ਘਰਾਂ ਦੇ ਵਿੱਚ ਬੈਠਾ ਹੈ। कोई अंदोलन कमजोर नहीं होने वाला है बंगाल दे विच जाना या फिर महारालियां करने दे नाल, क्योंकि ये पंजाब दे वो लोग आ जिहड़े अजे तक उत्थे गए नहीं हैगे या फिर अपने कम्मां कां तो वेल कढ के इत्थे आए ने। देखो जी, पुलिस नूं तां मैं कदे 1% भी ये नहीं कहंदी ये लोकां दे हक दे विच आ। ये उन्हां लोकां दे तल चट्टे चढ़दे ने जिहड़े अमीर लोग ने, जिहड़े दलाल लोग ने, जिहड़े उच्च वर्ग दे लोग ने, ये उन्हां लई ने। ਕਿਸਾਨ ਅੰਦੋਲਨ ਨੂੰ ਜਿਉਂ-ਜਿਉਂ ਦਿਨ ਵੱਧ ਰਹੇ ਨੇ ਤਿਉਂ-ਤਿਉਂ ਹੀ ਆਪਣੇ ਪੈਰ ਪਸਾਰ ਰਿਹਾ ਹੈ। ਪੂਰੇ ਦੇਸ਼ ਭਰ ਦੇ ਵਿੱਚ ਕਿਸਾਨੀ ਦੀ ਲਹਿਰ, ਕਿਸਾਨੀ ਦੀ ਮਹਿਕ ਉੱਠਦੀ ਫਿਰ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਮਹਾ ਪੰਚਾਇਤਾਂ ਹੋ ਰਹੀਆਂ ਨੇ। 12 ਰੈਲੀਆਂ ਨੂੰ ਸੰਬੋਧਨ ਕਰਨ ਦੇ ਲਈ ਪੱਛਮੀ ਬੰਗਾਲ ਦੇ ਵਿੱਚ ਕਿਸਾਨ ਆਗੂ ਗਏ ਹੋਏ ਨੇ। ਮੇਰੇ ਨਾਲ ਸੰਘਰਸ਼ ਦੀ ਗੁੜਤੀ ਲਈ ਹੋਈ ਨੌਦੀਪ ਮੇਰੇ ਨਾਲ ਹੈਗੀ ਹੈ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਅਤੇ ਪਿਛਲੇ ਦਿਨੀ ਇਹਨਾਂ ਨੇ ਬਹੁਤ ਲੰਬਾ ਇੱਕ ਸੰਘਰਸ਼ ਜਿਹੜਾ ਵਾ ਜੇਲ੍ਹ ਦੇ ਵਿੱਚ ਵੀ ਕੱਟਿਆ। ਮੈਂ ਜਿਵੇਂ ਆਖਿਆ ਕਿ ਪੂਰੇ ਦੇਸ਼ ਭਰ ਦੇ ਵਿੱਚ ਹੁਣ ਅੰਦੋਲਨ ਫੈਲਦਾ ਜਾ ਰਿਹਾ ਹੈ, ਪੈਰ ਪਸਾਰ ਰਿਹਾ ਹੈ ਤੇ ਇਸ ਚੀਜ਼ ਦਾ ਵਾਧਾ ਹੋਊਗਾ ਕਿ ਨੁਕਸਾਨ ਹੋਊਗਾ? ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਬੈਠਿਆਂ ਫਿਰ ਉਹ ਚੀਜ਼ਾਂ ਵੀ ਕਿਤੇ ਨਾ ਕਿਤੇ ਕਮਜ਼ੋਰ ਹੁੰਦੀਆਂ ਨੇ। नहीं, कमजोर तो मेरे ख्याल दे विच की हो रहा है, कमजोर तो जनता हो रही है ना। लगातार सरकार ਇਹੋ ਜਿਹੇ ਕਾਲੇ ਕਾਨੂੰਨ ਲੈ ਕੇ ਆ ਰਹੀ। ਸਾਡੇ ਕੋਲ ਬੱਚਾ ਕੀ ਆ? ਸਾਡਾ ਪੂਰਾ ਦੇਸ਼ ਦੇ ਵਿੱਚ ਹੈਗਾ। ਸਾਡੇ ਪੈਟਰੋਲ ਪੰਪ, ਸਾਡੀ ਸੜਕਾਂ, ਸਾਡੀ ਯੂਨੀਵਰਸਿਟੀ, ਸਾਡੇ ਕਾਲਜ, ਸਾਡੇ ਹਸਪੀਟਲ, ਕੀ ਬੱਚਾ? ਸਾਡੇ ਕੋਲ ਕੁਝ ਵੀ ਨਹੀਂ ਬੱਚਾ ਹੈਗਾ। ਸਾਡਾ ਪੈਟਰੋਲ, ਸਾਡਾ ਡੀਜ਼ਲ, ਸਾਡੀ ਗੱਡੀ, ਫਿਰ ਵੀ ਸਾਨੂੰ ਟੋਲ ਪਲਾਜ਼ਾ ਦੇ ਪੈਸੇ ਕਿਉਂ ਦੇਣੇ ਪੈ ਰਹੇ ਆ? ਸਾਡਾ ਕਮਜ਼ੋਰ ਕੀ ਹੋ ਰਿਹਾ? ਅਸੀਂ ਲੋਕ ਕਮਜ਼ੋਰ ਹੋਏ। ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈਗਾ। ਅਸੀਂ ਬੈਠੇ ਹਾਂ ਉੱਥੇ ਆਪਣੇ ਹੱਕਾਂ ਦੀ ਲੜਾਈ ਲਈ, ਨਾ ਕਿ ਅਸੀਂ ਉੱਥੇ ਕਿਸੇ ਨੂੰ ਕਮਜ਼ੋਰ ਕਰਨ ਲਈ ਬੈਠੇ ਹਾਂ, ਕਿਉਂਕਿ ਸਾਡੇ ਕੋਲ ਕੁਝ ਨਹੀਂ ਬੱਚਾ ਹੈਗਾ। ਇਸ ਲਈ ਅਸੀਂ लगातार प्रोटेस्ट कर रहे हैं। किसान जिहड़ा जन अंदोलन बन रहा है, जन अंदोलन बन गया है, जिहदे विच सिर्फ किसानां दी लड़ाई नहीं हैगी, जिहदे विच हर उस तबके दी लड़ाई हैगी आ जिहड़ा रोटी खांदा है, जिहड़ा ਜ਼ਮੀਨ ਦੇ ਨਾਲ जुड़िया होया है। ਜਿਸ ਤਰੀਕੇ ਨਾਲ ਹੁਣ ਇਹ ਮਹਾ ਪੰਚਾਇਤਾਂ ਵੀ ਹੋ ਰਹੀਆਂ ਨੇ, ਆਗੂ ਵੀ ਕਹਿ ਸਕਦੇ ਆ ਕਿ ਇੱਕ ਹਿਸਾਬ ਨਾਲ ਜਿਵੇਂ ਉਹਨਾਂ ਨੂੰ ਕਹਿ ਰਹੇ ਕਿ ਵੋਟਾਂ ਜਿਹੜੀਆਂ ਬੀਜੇਪੀ ਨੂੰ ਨਾ ਪਾਓ, ਤੁਸੀਂ ਹੋਰ ਕਿਤੇ ਪਾ ਲਓ, ਇਸ ਚੀਜ਼ ਦਾ ਫਾਇਦਾ ਹੋਊਗਾ? देखो जी, कांग्रेस होवे चाहे बीजेपी होवे, 84 ਤਾਂ ਕਾਂਗਰਸ ਨੇ ਵੀ ਕਰਵਾਈ ਸੀ, ਐਨਆਰਸੀ ਤਾਂ ਕਾਂਗਰਸ ਨੇ ਵੀ ਪਾਸ ਕੀਤਾ ਸੀਗਾ। ਹੁਣ ਬੀਜੇਪੀ ਤਾਂ ਉਸ ਤੋਂ ਵੀ ਜ਼ਿਆਦਾ ਜਿਹੜਾ ਲੋਕਾਂ ਨੂੰ ਲੁੱਟਣ ਤੇ ਲੱਗੀ ਹੋਈ ਹੈ। ਉਹਨਾਂ ਨੇ ਛੱਡਿਆ ਕੀ ਹੈ? ਕੁਝ ਵੀ ਨਹੀਂ ਛੱਡਿਆ ਹੈਗਾ। ਉਹਨਾਂ ਨੇ ਜਦੋਂ ਤੋਂ ਆਏ ਆ, जनता मतलब हथ फैला के खड़ गई। लोगों को कुछ नहीं बचा। महिलाओं की कोई सुरक्षा नहीं, मुसलमानों की कोई सुरक्षा नहीं, सिखों की कोई सुरक्षा नहीं हैगी, दलित लोगों की कोई सुरक्षा नहीं हैगी। उन्होंने देखते हुए ये बिल्कुल सही कदम आ कि वोटां दा बाईकाट करके बीजेपी नूं कोई वोट ना देवे। जिहड़े किसानां ने बंगाल दे विच जाके जिहड़ा उन्होंने लोगों दे विच होका दिता है कि बीजेपी नूं वोट ना दित्ती जावे, तो उन्हां दा ये कदम बिल्कुल ठीक है, क्योंकि बीजेपी ने सानूं ठूठा फड़ा दित्ता हत्थां दे विच। ਜਿਵੇਂ ਵੱਖੋ ਵੱਖਰੇ ਸਟੇਟਾਂ ਦੇ ਵਿੱਚ ਜਾ ਰਹੇ ਹੋ ਜਾਂ ਪੰਜਾਬ ਦੇ ਵਿੱਚ ਮਹਾ ਪੰਚਾਇਤਾਂ ਰਾਜਸਥਾਨ ਦੇ ਵਿੱਚ ਵੀ ਹੋ ਰਹੀਆਂ ਨੇ, ਉੱਧਰ ਵੀ ਹੋ ਰਹੀਆਂ ਨੇ, ਯੂਪੀ ਦੇ ਵਿੱਚ ਵੀ। ਇਹਦੇ ਨਾਲ ਦਿੱਲੀ ਵਾਲਾ ਅੰਦੋਲਨ ਤਾਂ ਨਹੀਂ ਕਮਜ਼ੋਰ ਹੋ ਜਾਊਗਾ? देखो जी, कमजोर नहीं होंदा। देखो जी, हजे भी साडे लोग चंगी तरह उत्थे नहीं पहुंचे हैगे, फिर भी उत्थे ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਆ। ਅੱਜ ਪੰਜਾਬ ਦੇ ਵਿੱਚ ਇੱਕ ਰੈਲੀ ਰੱਖੀ ਹੋਈ ਸੀ। ਤੁਸੀਂ ਇਹਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਜਨਤਾ ਠਾਠਾ ਮਾਰਦਾ ਇਕੱਠ ਹਜੇ ਵੀ ਘਰਾਂ ਦੇ ਵਿੱਚ ਬੈਠਾ ਹੈ।
ਕੋਈ ਅੰਦੋਲਨ ਕਮਜ਼ੋਰ ਨਹੀਂ ਹੋਣ ਵਾਲਾ ਹੈਗਾ ਬੰਗਾਲ ਦੇ ਵਿੱਚ ਜਾਣਾ ਜਾਂ ਫਿਰ ਮਹਾਰਾਲੀਆਂ ਕਰਨ ਦੇ ਨਾਲ, ਕਿਉਂਕਿ ਇਹ ਪੰਜਾਬ ਦੇ ਉਹ ਲੋਕ ਆ ਜਿਹੜੇ ਹਜੇ ਤੱਕ ਉੱਥੇ ਗਏ ਨਹੀਂ ਹੈਗੇ ਜਾਂ ਫਿਰ ਆਪਣੇ ਕੰਮਾਂ ਕਾਂ ਤੋਂ ਕੱਢ ਕੇ ਇੱਥੇ ਆਏ ਨੇ। ਪਰ ਉੱਥੇ ਮੇਰੇ ਖਿਆਲ ਦੇ ਵਿੱਚ ਸਿੰਘੂ ਬਾਰਡਰ ਹੋਵੇ, ਟਿਕਰੀ ਬਾਰਡਰ ਹੋਵੇ ਜਾਂ ਫਿਰ ਕੋਈ ਵੀ ਬਾਰਡਰ ਹੋਵੇ, ਉੱਥੇ ਅੰਦੋਲਨ ਕਮਜ਼ੋਰ ਹੋਣ ਵਾਲਾ ਨਹੀਂ ਹੈਗਾ। ਉਹ ਸਿਰਫ ਪੰਜਾਬ ਦੀ ਲੜਾਈ ਨਹੀਂ, ਹਰਿਆਣਾ ਦੀ ਲੜਾਈ ਨਹੀਂ, ਪੂਰੇ ਦੇਸ਼ ਭਰ ਦੇ ਵਿੱਚੋਂ ਆਵਾਜ਼ ਉੱਠ ਰਹੀ ਹੈ। ਦੇਸ਼ਾਂ ਵਿਦੇਸ਼ਾਂ ਤੋਂ ਕਿਸਾਨ ਦੀ ਸਪੋਰਟ ਲਈ ਆਵਾਜ਼ ਉੱਠ ਰਹੀ ਹੈ। ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ, ਮਜ਼ਦੂਰਾਂ ਦੇ ਲਈ ਕਰ ਰਹੇ ਹੋ, ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਥੋੜੇ ਜਿਹੇ ਗਰਮ ਪ੍ਰੋਗਰਾਮ ਦੇਣੇ ਪੈਣਗੇ ਪੰਜਾਬ 'ਚ ਜਾਂ ਫਿਰ ਦਿੱਲੀ ਦੇ ਵਿੱਚ ਦੇਣੇ ਪੈਣਗੇ, ਕਿ ਜਾਂ ਫਿਰ ਇਸੇ ਤਰੀਕੇ ਨਾਲ ਮਹਾ ਪੰਚਾਇਤਾਂ ਹੋਣ ਜਾਂ ਫਿਰ ਬੀਜੇਪੀ ਨੂੰ ਕਿਹਾ ਜਾਵੇ ਕਿ ਵੋਟਾਂ ਦਾ ਜਿਹੜਾ ਬਾਈਕਾਟ ਕੀਤਾ ਜਾਵੇ, ਕਿ ਜਾਂ ਉਸ ਤਰੀਕੇ ਨਾਲ ਫਾਇਦਾ ਹੋਊਗਾ? ਦੇਖੋ ਜੀ, ਜਿਵੇਂ ਪ੍ਰੈਸ਼ਰ ਪੈ ਸਕਦਾ, ਪ੍ਰੈਸ਼ਰ ਉਸੇ ਤਰੀਕੇ ਨਾਲ ਪਾਉਣਾ ਚਾਹੀਦਾ। ਜੇਕਰ ਅਸੀਂ ਪਹਿਲਾਂ ਮੀਟਿੰਗਾਂ ਕਰਕੇ ਦੇਖ ਲਈਆਂ, ਮੀਟਿੰਗਾਂ ਨਾਲ ਸਾਨੂੰ ਕੋਈ ਫਰਕ ਨਹੀਂ ਨਿਕਲਿਆ, ਉਸ ਤੋਂ ਬਾਅਦ ਅਸੀਂ ਕਾਲ ਦਿੱਤੀ ਇੰਡੀਆ ਮਤਲਬ ਕਿਸਾਨਾਂ ਨੇ ਕਾਲ ਦਿੱਤੀ ਆ ਬਾਈਕਾਟ ਕਰਨ ਦੀ, ਜਿਹੜਾ ਜੀਓ ਦਾ ਸਿਮ ਬਾਈਕਾਟ ਕਰਨਾ ਚਾਹੀਦਾ ਹੈ, ਜਾਂ ਫਿਰ ਉਹਨਾਂ ਨੇ ਜਿਹੜੇ ਪੈਟਰੋਲ ਪੰਪ ਆ ਜਾਂ ਮਾਲ ਬੰਦ ਕਰਨ ਦੀ ਕਾਲ ਦਿੱਤੀ ਆ। ਲਗਾਤਾਰ ਤੋਂ ਪ੍ਰੈਸ਼ਰ ਲਗਾਤਾਰ ਬਣਾਏ ਜਾ ਰਹੇ ਨੇ, ਪਰ ਹਜੇ ਵੀ ਜਿਹੜੇ ਸਰਕਾਰ ਆ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਹੈਗੀ। ਪਰ ਜੇਕਰ ਸਾਡੀ ਸਰਕਾਰ ਇਸੇ ਤਰੀਕੇ ਦੇ ਨਾਲ ਐਵੇਂ ਕਰਦੀ ਰਹੂਗੀ ਤਾਂ ਸ਼ਾਇਦ ਕਾਲਸ ਹੋਰ ਵੀ ਦਿੱਤੀਆਂ ਜਾ ਸਕਦੀਆਂ ਨੇ। ਹੋਰ ਵੀ ਦਿੱਤੀਆਂ ਜਾ ਸਕਦੀਆਂ ਨੇ। ਅੱਛਾ, ਪੁਲਿਸ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜਦੋਜਹਿਦ ਵੀ ਚੱਲੀ, ਤੁਸੀਂ ਜੇਲ੍ਹ 'ਚ ਵੀ ਰਹਿ ਗਏ, ਉਸ ਤੋਂ ਬਾਅਦ ਤਾਂ ਨਹੀਂ ਕੋਈ ਪੁਲਿਸ ਦੀ? ਕਿ ਅਸੀਂ ਤਸਵੀਰਾਂ ਦੇਖੀਆਂ ਸੀ ਚੰਡੀਗੜ੍ਹ ਦੀਆਂ, ਸ਼ਾਇਦ ਉਹਦੇ ਵਿੱਚ ਵੀ ਕਾਫੀ ਜਦੋਜਹਿਦ ਹੋਈ ਸੀਗੀ। ਅਜੇ ਵੀ ਪੁਲਿਸ ਪਰੇਸ਼ਾਨ ਕਰਦੀ ਹੈ ਕਿ ਜਾਂ ਠੀਕ ਹੈ ਹੁਣ? ਦੇਖੋ ਜੀ, ਪੁਲਿਸ ਨੂੰ ਤਾਂ ਮੈਂ ਕਦੇ 1% ਵੀ ਇਹ ਨਹੀਂ ਕਹਿੰਦੀ ਇਹ ਲੋਕਾਂ ਦੇ ਹੱਕ ਦੇ ਵਿੱਚ ਆ। ਇਹ ਉਹਨਾਂ ਲੋਕਾਂ ਦੇ ਤਲ ਚੱਟੇ ਚੜਦੇ ਨੇ ਜਿਹੜੇ ਅਮੀਰ ਲੋਕ ਨੇ, ਜਿਹੜੇ ਦਲਾਲ ਲੋਕ ਨੇ, ਜਿਹੜੇ ਉੱਚ ਵਰਗ ਦੇ ਲੋਕ ਨੇ, ਇਹ ਉਹਨਾਂ ਲਈ ਨੇ। ਕਿਉਂਕਿ ਜਦੋਂ ਪਹਿਲਾਂ ਮੇਰੀ ਅਰੈਸਟਿੰਗ ਹੋਈ ਆ ਤਾਂ ਇਹ ਗੁੰਡਿਆਂ ਦਾ ਸਾਥ ਦੇ ਰਹੇ ਸੀ, ਗੁੰਡਿਆਂ ਦੀ ਪ੍ਰੋਟੈਕਸ਼ਨ ਕਰ ਰਹੇ ਸੀ, ਆਮ ਜਨਤਾ ਦੀ ਪ੍ਰੋਟੈਕਸ਼ਨ ਨਹੀਂ ਸੀ ਕਰ ਰਹੇ। ਜਦੋਂ 8 ਮਾਰਚ ਨੂੰ ਦਿੱਲੀ ਯੂਨੀਵਰਸਿਟੀ ਦੇ ਆਰਟ ਫੈਕਲਟੀ ਗੇਟ ਨੰਬਰ 4 ਤੇ ਮਹਿਲਾ ਦਿਵਸ ਮਨਾਇਆ ਜਾ ਰਿਹਾ ਸੀ, ਉਦੋਂ ਹੀ ਪੁਲਿਸ ਵਾਲਿਆਂ ਨੇ ABVP ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਸਾਥ ਦਿੱਤਾ। ਨਾ ਕਿ ਜਿਹੜੇ ਲੋਕ ਮਜ਼ਦੂਰ ਮਹਿਲਾਵਾਂ ਦਾ ਦਿਨ ਮਨਾ ਰਹੇ ਸੀ ਉਹਨਾਂ ਨੂੰ ਫੜਿਆ, ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਹੱਥਾਪਾਈ ਕੀਤੀ, ਮੈਨੂੰ ਵੀ ਖਿੱਚ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਉਤੋਂ ਇਹ ਪਤਾ ਲੱਗਦਾ ਸਾਡੀ ਜਿਹੜੀ ਪੁਲਿਸ ਆ ਉਹ ਆਮ ਜਨਤਾ ਦੀ ਪੁਲਿਸ ਨਹੀਂ ਹੈਗੀ, ਇਹ ਉਹਨਾਂ ਲੋਕਾਂ ਦੀ ਪੁਲਿਸ ਆ ਜਿਹੜੇ ਅਮੀਰ ਨੇ, ਜਿਹੜੇ ਦਲਾਲ ਲੋਕ ਨੇ, ਜਿਹੜੇ ਸਾਡੀ ਸਟੇਟ ਆ ਉਹਨਾਂ ਦਾ ਟੂਲ ਆ, ਜਿਹੜੀ ਮਸ਼ੀਨ ਦੀ ਤਰ੍ਹਾਂ ਜਿਹੜੀ ਸਾਡੀ ਪੁਲਿਸ ਕੰਮ ਕਰ ਰਹੀ ਆ। ਸੋ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਮਹਾ ਪੰਚਾਇਤ ਹੋ ਰਹੀ ਹੈ, ਜਿੱਥੇ ਨੌਦੀਪ ਹੋਣੀ ਪਹੁੰਚੇ ਨੇ, ਹੋਰ ਵੀ ਕਿਸਾਨ ਆਗੂ ਪਹੁੰਚੇ ਨੇ, ਸਮਾਜਿਕ ਕਾਰਕੁਨ ਪਹੁੰਚੇ ਨੇ ਅਤੇ ਇਹ ਬੁਲਾਰੇ ਪਹੁੰਚੇ ਨੇ, ਹੋਰ ਵੀ ਕਈ ਤਰ੍ਹਾਂ ਦੇ ਬੁਲਾਰੇ ਜਿਹੜੇ ਇੱਥੇ ਪਹੁੰਚਣਗੇ। ਤਾਂ ਮਹਾ ਪੰਚਾਇਤ ਜਿਹੜੀ ਹੈ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਹੋ ਰਹੀ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਸੁਲਤਾਨਪੁਰ ਲੋਧੀ।